ਅਗਲੀ ਦੀਪਕ ਜੀ ਗੱਲ ਕਰਦੇ ਜਾਈਏ ਖਟਕੜ ਕਲਾਂ 'ਚ ਪਤਾ ਨਹੀਂ ਕਿੰਨਿਆਂ ਕੁ ਨੇ ਸੌਹਾਂ ਜਿਹੜੀਆਂ ਉਹ ਚੱਕੀਆਂ ਵੀ ਭਗਤ ਸਿੰਘ ਦੇ ਵਾਰਸ ਤੇ ਫਲਾਨਾ ਢਿਮਕਣਾ ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉਹ ਆਖਦੇ ਰਹੇ। ਹੁਣ ਖਬਰ ਇਹ ਆ ਰਹੀ ਆ ਵੀ ਖਟਕੜ ਕਲਾਂ ਦੇ ਵਿੱਚ ਭਗਤ ਸਿੰਘ ਹੁਣਾਂ ਦੀ ਫੋਟੋ ਨੂੰ ਉਤਾਰ ਕੇ ਮੁੱਖ ਮੰਤਰੀ ਹੁਣਾਂ ਦੀ ਤਸਵੀਰ ਲੱਗ ਗਈ ਹੈ। ਇਹ ਗੱਲ ਬਿਲਕੁਲ ਦਰੁਸਤ ਹੈ ਜੀ। ਖਟਕੜ ਕਲਾਂ ਦੇ ਵਿੱਚ ਜਿਹੜਾ ਸਿਹਤ ਕੇਂਦਰ ਸੀ ਖਟਕੜ ਕਲਾਂ ਦੇ ਵਿੱਚ, ਉਹ ਸਿਹਤ ਕੇਂਦਰ ਨੂੰ ਮਹੱਲਾ ਕਲੀਨਿਕ ਦਾ ਨਾਮ ਦਿੱਤਾ ਗਿਆ ਤੇ ਉਹ ਮਹੱਲਾ ਕਲੀਨਿਕ ਦੇ ਨਾਂ ਦੇ ਉੱਤੇ ਉੱਥੇ ਉਸ ਦੇ ਮੁੱਖ ਗੇਟ ਦੇ ਉੱਤੇ ਸਿਹਤ ਕੇਂਦਰ ਲਿਖਿਆ ਸੀ। ਸਾਈਡ ਵਾਲੇ ਉੱਤੇ ਕੰਧ ਦੇ ਉੱਤੇ ਵੱਡਾ ਇੱਕ ਫਲੈਕਸ ਲੱਗਿਆ ਸੀ ਜਿਹਦੇ ਵਿੱਚ ਭਗਤ ਸਿੰਘ ਦੀਆਂ 2-3 ਤਸਵੀਰਾਂ ਵੱਖ-ਵੱਖ ਬਚਪਨ ਵਾਲੀ, ਵੱਡੇ ਹੋਣ ਵਾਲੀ ਉਹ ਸੀ ਤੇ ਨਾਲ ਚਾਚਾ ਅਜੀਤ ਸਿੰਘ ਦੀ ਫੋਟੋ ਸੀ ਜੀ। ਉਹ ਫੱਟਾ ਹੀ ਉਹ ਬੋਰਡ ਇਹ ਗਾਇਬ ਕਰ ਦਿੱਤਾ ਗਿਆ ਤੇ ਰੰਗ ਰੋਗਨ ਕਰਕੇ ਉਹ ਸਿਹਤ ਕੇਂਦਰ ਨੂੰ ਮਹੱਲਾ ਕਲੀਨਿਕ ਬਣਾ ਕੇ ਜਿਹੜਾ ਮੁੱਖ ਗੇਟ ਸੀ ਉਹਦੇ ਉੱਤੇ ਹੁਣ ਭਗਵੰਤ ਮਾਨ ਹੋਰਾਂ ਦੀ ਫੋਟੋ ਚਿਪਕਾ ਦਿੱਤੀ ਗਈ। ਇਹ ਜਿਹੜਾ ਫੋਟੋਫੋਬੀਆ ਨਾ ਸਾਡੇ ਲੀਡਰਾਂ ਦਾ, ਇਹ ਅੱਜ ਦਾ ਨਹੀਂ ਹੈ। ਇਹ ਬਾਦਲਾਂ ਦੇ ਦੌਰ ਅਸੀਂ ਦੇਖਿਆ ਕਿ ਐਂਬੂਲੈਂਸਾਂ ਤੱਕ ਤੇ ਫੋਟੋ ਲਾ ਦਿਓ, ਸਾਈਕਲ ਦੇ ਚੈਨ ਕਵਰ ਤੇ ਲਾ ਦਿਓ, ਸਾਈਕਲ ਦੀ ਟੋਕਰੀ ਤੇ ਲਾ ਦਿਓ। ਅੱਛਾ ਕੈਪਟਨ ਆ ਗਏ, ਨਹੀਂ ਜੀ ਜਿਹੜੀਆਂ ਕਰੋਨਾ ਕਿੱਟਾਂ ਵੰਡ ਰਹੇ ਹੋ ਗੱਤੇ ਦੇ ਡੱਬੇ ਦੇ ਉੱਤੇ ਇਹਦੇ ਪਰ ਵੀ ਮੇਰੀ ਫੋਟੋ ਲਾ ਦਿਓ। ਚੰਨੀ ਨੂੰ ਮੌਕਾ ਮਿਲਿਆ, ਕਹਿੰਦਾ ਟੰਗ ਦੋ ਬੱਸਾਂ ਦੇ ਮਗਰ ਮੇਰੇ ਵੀ ਬੋਰਡ ਹੈ ਨਾ, ਉਹ ਚੰਨੀ ਕਰਦਾ ਮਸਲੇ ਹੱਲ ਕੀ ਹੈ ਨਾ, ਘਰ ਘਰ ਝੱਲੀ ਗੱਲ ਚੰਨੀ ਕਰਦਾ ਮਸਲੇ, ਉਹ ਲਾਤੇ ਸਾਰੇ ਬੋਰਡ। ਤੇ ਉਹ ਤੋਂ ਬਾਅਦ ਹੁਣ ਭਗਵੰਤ ਮਾਨ ਕਹਿੰਦਾ ਲਿਫਾਫਿਆਂ ਤੇ ਵੀ ਫੋਟੋ, ਨਿਯੁਕਤੀ ਪੱਤਰਾਂ ਤੇ ਵੀ ਮੇਰੀ ਫੋਟੋ ਹੈ ਨਾ, ਜਿਹੜੇ ਮਹੱਲਾ ਕਲੀਨਿਕ ਬਣਾਏ ਉਹਦੇ ਪਰ ਵੀ ਮੇਰੀ ਫੋਟੋ। ਇਹ ਮੋਦੀ ਨੂੰ ਵੀ ਹੈ, ਕਰੋਨਾ ਵਾਲੇ ਟੀਕੇ ਵਾਲੇ ਤੇ ਵੀ ਆਪਣੀ ਫੋਟੋ ਲਵਾ ਲਈ ਸੀ ਨਰਿੰਦਰ ਮੋਦੀ ਨੇ, ਦੇਖੋ ਹੈ ਨਾ। ਤੇ ਫਿਰ ਲੋਕਾਂ ਨੇ ਕਿਹਾ ਕਿ ਭਾਈ ਜਿਹੜੇ ਡੈਥ ਸਰਟੀਫਿਕੇਟ ਦੇ ਰਹੇ ਕਰੋਨਾ ਕਰਕੇ ਉਹਦੇ ਪਰ ਵੀ ਲਵਾ ਲਾ, ਉਹ ਵੀ ਤਾਂ ਤੁਸੀਂ ਜ਼ਿੰਮੇਵਾਰ ਹੋ। ਸੋ ਇਸ ਲਈ ਇਹ ਫੋਟੋਫੋਬੀਆ ਸਾਰਿਆਂ ਨੂੰ। ਪਰ ਆਪਾਂ ਗੱਲ ਕਰ ਰਹੇ ਹਾਂ ਖਟਕੜ ਕਲਾਂ ਦੀ ਜੀ। ਸਵਾਲ ਉੱਥੇ ਭਗਤ ਸਿੰਘ ਦੀ ਥਾਂ ਦੇ ਉੱਤੇ ਭਗਵੰਤ ਮਾਨ ਦੀ ਫੋਟੋ ਦਾ ਹੀ ਨਹੀਂ ਹੈ। ਜਿਹੜੇ ਸ਼ਹੀਦਾਂ ਦੀ ਧਰਤੀ ਤੇ ਖੜ ਕੇ ਝੂਠ ਬੋਲਦੇ ਰਹੇ ਨੇ ਉਹਨਾਂ ਤੋਂ ਕੀ ਆਸ ਕਰੋਗੇ। ਮੈਂ ਗੱਲ ਇੰਦਰਾ ਗਾਂਧੀ ਤੋਂ ਸ਼ੁਰੂ ਕਰ ਰਿਹਾ। 1973 ਦੇ ਵਿੱਚ ਇੰਦਰਾ ਗਾਂਧੀ ਆਈ ਖਟਕੜ ਕਲਾਂ, ਉਦਘਾਟਨ ਕੀਤਾ, ਮੱਥਾ ਟੇਕਿਆ ਤੇ ਦਮ ਭਰ ਕੇ ਐਲਾਨ ਕੀਤਾ ਕਿ ਹੁਣ ਖਟਕੜ ਕਲਾਂ 'ਚ ਭਗਤ ਸਿੰਘ ਦੀ ਇਸ ਧਰਤੀ ਦੇ ਉੱਤੇ 100 ਬੈੱਡਾਂ ਦਾ ਹਸਪਤਾਲ ਬਣੂਗਾ ਜੀ। ਤੇ ਜੀ ਉਸ ਤੋਂ ਬਾਅਦ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਨੀਂਹ ਪੱਥਰ ਰੱਖਿਆ 25 ਬੈੱਡਾਂ ਦੇ ਹਸਪਤਾਲ ਦਾ। ਤੇ ਬਾਦਲਾਂ ਦੇ ਟਾਈਮ 'ਚ ਆ ਕੇ ਐਲਾਨ ਹੋਇਆ ਕਿ ਅਸੀਂ 10 ਬੈੱਡ ਦਾ ਬਣਾ ਰਹੇ ਹਾਂ, ਫੰਡ ਚੱਕੋ। ਤੇ ਉਹ ਤੋਂ ਬਾਅਦ ਉਹ ਬਣ ਕੇ ਰਹਿ ਗਿਆ ਸਿਰਫ ਸਿਹਤ ਕੇਂਦਰ। ਤੇ ਸਿਹਤ ਕੇਂਦਰ ਵਿੱਚ ਭਗਤ ਸਿੰਘ ਦੇ ਵਾਰਸ ਕਹਾਉਣ ਵਾਲੇ ਉੱਥੇ ਜਾ ਕੇ ਸਹੁੰ ਚੱਕਣ ਵਾਲਿਆਂ ਨੇ ਸਿਹਤ ਕੇਂਦਰ ਨੂੰ ਵੀ ਚੱਕ ਕੇ ਮਹੱਲਾ ਕਲੀਨਿਕ ਬਣਾਤਾ। ਦੱਸੋ, ਜਿਹੜਾ ਸਿਹਤ ਕੇਂਦਰ ਹੈ ਉਹ ਸਿਹਤ ਕੇਂਦਰ ਦੇ ਵਿੱਚ ਬੇਸ਼ੱਕ 10 ਬੈੱਡ ਵੀ ਅਜੇ ਪੂਰੀ ਤਰ੍ਹਾਂ ਚਾਲੂ ਨਹੀਂ, ਹਸਪਤਾਲ ਤਾਂ ਚਾਲੂ ਹੋਇਆ, ਪਰ ਉਹਦੇ ਬਾਵਜੂਦ ਵੀ ਉੱਥੇ ਆਲੇ ਦੁਆਲੇ ਦੇ 20-25 ਪਿੰਡਾਂ ਦੇ ਡਿਲੀਵਰੀ ਕੇਸ ਹੁੰਦੇ ਨੇ ਤੇ ਔਸਤਨ ਕਹਿੰਦੇ 20 ਤੋਂ 25 ਹਰ ਮਹੀਨੇ ਦੇ ਡਿਲੀਵਰੀ ਕੇਸ ਨੇ। ਠੀਕ ਹੈ, ਇਹ ਰਿਕਾਰਡ ਬੋਲਦਾ ਉੱਥੇ ਤੇ ਦਸਤਾਵੇਜ਼ ਬੋਲਦਾ। ਉੱਥੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ 20 ਤੋਂ 25 ਡਿਲੀਵਰੀ ਕੇਸ ਇੱਥੇ ਜਣੇਪੇ ਦੇ ਕੇਸ ਹਰ ਮਹੀਨੇ ਹੁੰਦੇ ਨੇ। ਤੇ ਪਰ ਹੁਣ ਤਾਂ ਉਹ ਸਿਹਤ ਕੇਂਦਰ ਨਹੀਂ, ਹੁਣ ਤਾਂ ਉਹ ਮਹੱਲਾ ਕਲੀਨਿਕ ਆ, ਹੁਣ ਤਾਂ 2 ਵਜੇ ਤਾਲਾ ਲੱਗ ਜਾਂਦਾ ਉੱਥੇ। ਠੀਕ ਹੈ, ਇਹ ਤਰੱਕੀ ਹੋ ਰਹੀ ਆ। ਅਸੀਂ 100 ਬੈੱਡਾਂ ਤੋਂ ਸ਼ੁਰੂ ਕਰਕੇ 25 ਤੇ ਆ ਗਏ, 25 ਤੋਂ 10 ਤੱਕ ਦੀ ਗੱਲ ਕਰ ਲਈ, 10 ਤੋਂ ਸਿਹਤ ਕੇਂਦਰ ਬਣ ਗਿਆ ਤੇ ਸਿਹਤ ਕੇਂਦਰ ਤੋਂ ਹੁਣ ਮਹੱਲਾ ਕਲੀਨਿਕ। ਤੇ ਮਹੱਲਾ ਕਲੀਨਿਕ ਬਣਾਉਣ ਦੇ ਉੱਤੇ ਵੀ ਪਿੰਡ ਵਾਲੇ ਕੀ ਕਹਿੰਦੇ ਨੇ, ਕਹਿੰਦੇ ਜੀ ਸਾਡੇ ਨਾਲ ਦਾ ਪਿੰਡ ਹੈ ਮਹਿਲ ਗਹਿਲਾ ਜੀ, ਉੱਥੇ ਦੇ ਸਿਹਤ ਕੇਂਦਰ ਨੂੰ ਤਾਲਾ ਲਾ ਕੇ ਉੱਥੇ ਵਾਲਾ ਸਟਾਫ ਉਰੇ ਭੇਜਤਾ। ਉਹਨਾਂ ਦਾ ਕੀ ਕਸੂਰ? ਹਾਂ, ਇਹ ਕਿੰਨੇ ਹੀ ਸਵਾਲ ਖੜੇ ਨੇ। ਸੋ ਇਸ ਲਈ ਇਹ ਸਾਰਾ ਪਹਿਲੂ ਵੱਡਾ ਖੜਾ ਕਿ ਭਾਈ ਤੁਸੀਂ ਭਗਤ ਸਿੰਘ ਦੀ ਧਰਤੀ ਤੇ ਹੀ ਇਹ ਧੋਖਾ ਕਰੀ ਜਾਂਦੇ ਹੋ। ਵੱਡਾ ਸਵਾਲ ਹੈ ਕਿ ਉਸ ਦੀ ਤਰੱਕੀ ਕਰਨੀ ਸੀ, ਉਸ ਨੂੰ ਵਧਾਉਣਾ ਸੀ। ਮੈਡੀਕਲ ਕਾਲਜ ਦਾ ਵਾਅਦਾ ਕੀਤਾ ਵਾ ਭਗਵੰਤ ਮਾਨ ਹੋਰਾਂ ਨੇ ਇਸ ਧਰਤੀ ਦੇ ਲਈ ਜੀ। ਇਹ ਉਵੇਂ ਜਿਵੇਂ ਇੰਦਰਾ ਗਾਂਧੀ ਕਹਿੰਦੀ ਕਿ 100 ਬੈੱਡ ਦਾ ਹਸਪਤਾਲ, ਇਹ ਉਵੇਂ ਹੀ ਕਿਹਾ ਵਾ ਕਿ ਅਸੀਂ ਇੱਥੇ ਮੈਡੀਕਲ ਕਾਲਜ ਬਣਾਵਾਂਗੇ ਤੇ ਖੋਲ੍ਹਤਾ ਮਹੱਲਾ ਕਲੀਨਿਕ ਤੇ ਫੋਟੋ ਲਾ ਲਈ ਭਗਵੰਤ ਮਾਨ ਜੀ ਨੇ ਆਪਣੀ ਤੇ ਭਗਤ ਸਿੰਘ ਤੇ ਉਹਦੇ ਚਾਚੇ ਦੀ ਫੋਟੋ ਹਟਾ ਕੇ ਪਰੇ ਕਰਤੀ। ਸੋ ਕੀ ਉਮੀਦ ਕਰੋਗੇ? ਪਰ ਗੱਲ ਇੱਥੇ ਨਹੀਂ ਖੜਦੀ। ਜਿੱਥੇ ਤਾਂ ਭਗਤ ਸਿੰਘ ਦੀ ਫੋਟੋ ਹੋਣੀ ਚਾਹੀਦੀ ਸੀ ਉੱਥੇ ਤਾਂ ਲੱਗ ਗਈ ਭਗਵੰਤ ਮਾਨ ਦੀ ਜੀ, ਪਰ ਜਿੱਥੇ ਭਗਵੰਤ ਮਾਨ ਦਾ ਨਾਂ ਹੋਣਾ ਚਾਹੀਦਾ ਸੀ ਉੱਥੇ ਨਾਂ ਲੱਗ ਗਿਆ ਕੇਜਰੀਵਾਲ ਦਾ। ਇਹ ਵੀ ਦੁਬਿਧਾ ਕਮਾਲ ਹੈ ਜਨਾਬ। ਡੇਰਾ ਬੱਲਾਂ ਗਏ ਸੀ ਕੇਜਰੀਵਾਲ, ਰਾਘਵ ਚੱਡਾ, ਭਗਵੰਤ ਮਾਨ, ਹੋਰ ਅਮਲਾ ਫਾਲਾ ਤੇ ਕਹਿੰਦੇ ਜੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਅਸੀਂ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਣਾ। ਬਾਣੀ ਦਾ ਘੱਟ, ਉਹਨਾਂ ਦੇ ਸੰਦੇਸ਼ ਦਾ ਘੱਟ ਤੇ ਜਿਮਨੀ ਚੋਣ ਲਈ ਪ੍ਰਚਾਰ ਵੱਧ ਨਜ਼ਰ ਆਇਆ। ਤੇ ਹੁਣ ਇਸ ਲਈ ਲਗਾਤਾਰ ਜਲੰਧਰ ਦੇ ਗੇੜੇ ਤੇ ਗੇੜਾ
ਚਾਹੇ ਕਦੇ ਰਲਾਉਣ ਜਾ ਰਹੇ ਨੇ ਕਿਸੇ ਨੂੰ, ਚਾਹੇ ਕਿਤੇ ਮੱਥਾ ਟੇਕਣ ਜਾ ਰਹੇ ਨੇ, ਚਾਹੇ ਉਦਘਾਟਨ ਕਰਨ ਜਾ ਰਹੇ ਨੇ। ਹੁਣ ਬਹੁਤ ਗੇੜੇ ਪੈ ਰਹੇ ਨੇ ਤੇ ਪਰ ਇਸ ਡੇਰਾ ਬੱਲਾਂ ਵਾਲੇ ਗੇੜੇ ਨੇ ਇੱਕ ਗੱਲ ਫੇਰ ਉੱਥੇ ਲਿਆ ਕੇ ਖੜੀ ਕਰਤੀ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ, ਪੰਜਾਬ ਦੀ ਸਰਕਾਰ ਕੌਣ ਚਲਾ ਰਿਹਾ। ਆਪਾਂ ਲੰਮੇ ਸਮੇਂ ਤੋਂ ਗੱਲ ਕਰਦੇ ਹਾਂ ਕਿ ਵੱਖ-ਵੱਖ ਵਿਭਾਗਾਂ ਦੇ ਹਵਾਲੇ ਨਾਲ, ਅਫਸਰਾਂ ਦੇ ਹਵਾਲੇ ਨਾਲ, ਸੈਕਟਰੀਏਟ ਦੇ ਇੱਕ ਕਮਰੇ ਦੇ ਹਵਾਲੇ ਨਾਲ, ਇੱਕ ਵਿਅਕਤੀ ਦੇ ਹਵਾਲੇ ਨਾਲ, ਕੋਠੀਆਂ ਦੇ ਹਵਾਲੇ ਨਾਲ ਇਹ ਚਰਚਾ ਹੈ ਕਿ ਭਾਈ ਰਾਘਵ ਚੱਡਾ ਜਾਂ ਕੇਜਰੀਵਾਲ ਚਲਾਉਂਦੇ ਨੇ ਜਾਂ ਉਹਨਾਂ ਦੇ ਨੁਮਾਇੰਦੇ ਚਲਾਉਂਦੇ ਨੇ। ਮੰਚ ਲੱਗਿਆ ਉੱਥੇ ਡੇਰਾ ਬੱਲਾਂ, ਸਟੇਜ ਦੇ ਉੱਤੇ ਕੇਜਰੀਵਾਲ ਔਰ ਭਗਵੰਤ ਮਾਨ ਇਕੱਠੇ ਬੈਠੇ ਨੇ, ਰਾਘਵ ਚੱਡਾ ਇੱਕ ਕਦਮ ਪਿੱਛੇ ਬੈਠਾ ਹੈ ਤੇ ਪਰ ਇੱਕ ਵੱਡਾ ਅਧਿਕਾਰੀ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਕਾਗਜ਼ ਲੈ ਕੇ ਆਉਂਦਾ ਹੈ, ਰਾਘਵ ਚੱਡਾ ਨੂੰ ਦਿਖਾ ਰਿਹਾ। ਭਗਵੰਤ ਮਾਨ ਟੇਢੀ ਨਜ਼ਰ ਨਾਲ ਦੇਖਦਾ ਕਿ ਆਹ ਕੀ ਕਰੀ ਜਾਂਦੇ ਹੋ, ਮੁੱਖ ਮੰਤਰੀ ਤਾਂ ਮੈਂ ਆ। ਸੋ ਫੋਟੋ ਇਹ ਕੁਝ ਕਹਿੰਦੀ ਹੈ, ਚਾਹੇ ਉੱਥੇ ਹੋਇਆ ਕੁਝ ਨਾਰਮਲ ਹੋ, ਉਹ ਫੋਟੋ ਜਿਹੜੀ ਜਾਰੀ ਹੋਈ ਉਹਨੇ ਸਵਾਲ ਖੜਾ ਕੀਤਾ। ਪਰ ਉਹ ਤੋਂ ਵੀ ਵੱਡਾ ਗੱਲ ਜੀ, ਜਿਹੜਾ ਉਦਘਾਟਨ ਪੱਥਰ ਲੱਗਿਆ ਉੱਥੇ ਧਿਆਨ ਕੇਂਦਰ ਦਾ, ਉਸ ਦੇ ਉੱਤੇ ਅਰਵਿੰਦ ਕੇਜਰੀਵਾਲ ਦਾ ਨਾਂ ਭਗਵੰਤ ਮਾਨ ਤੋਂ ਉੱਪਰ ਹੈ। ਸ਼੍ਰੀ ਗੁਰੂ ਰਵਿਦਾਸ ਧਿਆਨ ਕੇਂਦਰ ਦੇ ਵਿੱਚ ਰਵਿਦਾਸ ਜੀ ਦੇ ਨਾਮ ਤੋਂ ਬਾਅਦ ਜੇਕਰ ਕੋਈ ਵੱਡਾ ਨਾਮ ਚਮਕਾ ਕੇ ਨਾ ਉੱਪਰ ਲਾਇਆ ਗਿਆ ਤਾਂ ਅਰਵਿੰਦ ਕੇਜਰੀਵਾਲ ਦਾ। ਕਿਉਂ ਭਾਈ? ਇਹ ਕੇਜਰੀਵਾਲ ਦੇ ਘਰ ਦਾ ਨਹੀਂ ਪੱਥਰ ਸੀ, ਇਹ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਪੱਥਰ ਸੀ ਕਿ ਪਾਰਟੀ ਸੁਪਰੀਮੋ ਦਾ ਨਾਮ ਉੱਪਰ ਲਿਖਣਾ। ਪੰਜਾਬ ਦੇ ਵਿੱਚ ਪੰਜਾਬ ਦਾ ਲਾਣੇਦਾਰ ਭਗਵੰਤ ਮਾਨ ਹੈ, ਸੰਵਿਧਾਨਕ ਤੌਰ ਤੇ ਮੁਖੀਆ ਭਗਵੰਤ ਮਾਨ ਹੈ ਤੇ ਤੁਸੀਂ ਉਹਦੇ ਸੂਬੇ ਚ ਆਏ ਹੋ ਤੇ ਇਹਦਾ ਮਤਲਬ ਇਹ ਥੋੜਾ ਹੋਗਾ ਕਿ ਦਿੱਲੀ ਦਾ ਮੁੱਖ ਮੰਤਰੀ ਦਾ ਨਾਮ ਬੜਾ ਹੋ ਜਾਊਗਾ, ਤੁਸੀਂ ਵੀ ਮੁੱਖ ਮੰਤਰੀ ਹੋ ਫਿਰ ਉਹ ਵੀ ਮੁੱਖ ਮੰਤਰੀ ਹੈ। ਤੇ ਇੱਥੋਂ ਇਹ ਮਾਨਸਿਕਤਾ, ਇੱਥੋਂ ਸੁਪਰੀਮ ਕੌਣ, ਇੱਥੋਂ ਚਲਾ ਕੌਣ ਰਿਹਾ, ਚਾਹੇ ਉਹ ਤਸਵੀਰ ਸਟੇਜ ਵਾਲੀ ਰਾਘਵ ਚੱਡਾ ਨੂੰ ਕਾਗਜ਼ ਦਿਖਾਉਣ ਵਾਲੀ ਤੇ ਚਾਹੇ ਪੱਥਰ ਦੇ ਉੱਤੇ ਕੇਜਰੀਵਾਲ ਦਾ ਨਾਮ ਵੱਡਾ। ਸੋ ਇੱਥੋਂ ਸੁਨੇਹਾ ਸਾਫ਼ ਜਾਂਦਾ ਹੈ ਕਿ ਭਾਈ ਕੇਜਰੀਵਾਲ ਸਰਕਾਰ ਨੂੰ ਚਲਾ ਰਿਹਾ, ਰਾਘਵ ਚੱਡਾ ਸਰਕਾਰ ਨੂੰ ਚਲਾ ਰਿਹਾ, ਦਿੱਲੀ ਵਾਲੇ ਸਰਕਾਰ ਨੂੰ ਚਲਾ ਰਹੇ ਨੇ। ਤੇ ਇਹ ਸਾਰਾ ਕੁਝ ਸਾਫ਼ ਕਰਦਾ ਹੈ। ਸੋ ਮੈਂ ਤਾਂ ਹੀ ਕਿਹਾ ਸੀਗਾ ਕਿ ਜਿੱਥੇ ਭਗਤ ਸਿੰਘ ਦੀ ਫੋਟੋ ਚਾਹੀਦੀ ਸੀ ਉੱਥੇ ਭਗਵੰਤ ਮਾਨ ਆਪਣੀਆਂ ਫੋਟੋਆਂ ਲਵਾ ਰਿਹਾ ਤੇ ਜਿੱਥੇ ਭਗਵੰਤ ਮਾਨ ਦਾ ਨਾਂ ਹੋਣਾ ਚਾਹੀਦਾ ਸੀ ਉੱਥੇ ਕੇਜਰੀਵਾਲ ਆਪਣਾ ਨਾਂ ਲਿਖਾ ਰਿਹਾ। ਇਹ ਹੈ ਬਦਲਾਅ। ਜੀ ਜੀ ਜੀ।